मैं एक दो तीन चीज़ां दोबारा मैं कहना चाहांगा। दुश्मन मरे तो खुशी ना करियो, आपी भी एक दिन मर जाना। वैर करने तो पहला एक गल याद रखियो कि पहला मुआशी तौर पर इन्नी मजबूत हो जाओ कि जनाब तुहाडी जमानतां तुहाडे मचलके तुसीं आप ही भर सको। तो जिस टाइम पैसा कमा लो ना तो उदों बाद अपनी दो ऑप्शन रखियो कि हाँ भाई तुसीं दोबारा पैसा कमा के भी वही जिंदगी पुरानी कंपलसरी वाली गुजारनी है कि यार दोबारा जो है खुशहाल जिंदगी गुजारनी है। चौथी गल, किसी के वैर पिछे ना पवेओ, क्योंकि किसी के वैर पिछे पेंदे हो ना तो जनाब वो आड़े ते पर मूँह मार जाते हैं कि हाँ भी असी को नहीं जी इनू पुछो। तो जिस टाइम तुहाडे ते पेंदी है तो तुहाड़ियां भैणां दे कोई रिश्ते भी नहीं लेंदा, तो तुहाड़ियां मावां जगह जगह चादरां सड़दियां होंदियां, तुहाडे प्यो जनाब हर जगह ते जनाब तरले करके धार पैसे ते या जमीनां बेच के गुजारे करते होंदे ने। ਇਹ ਚੀਜ਼ਾਂ ਸੋਚ ਕੇ ਤੇ ਫਿਰ ਅੱਗੇ ਟੁਰਿਆ ਕਰੋ। ਸੋਸ਼ਲ ਮੀਡੀਆ ਤੇ ਉਨੀ ਬੜਕ ਮਾਰੋ ਜਿੰਨੇ ਕਿ ਜੋ ਤੁਸੀਂ ਹੈ ਹੋ ਤੇ ਜਿੰਨਾ ਤੁਹਾਡੀ ਚਾਦਰ ਹੁੰਦੀ ਹੈ। ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰਿਓ, ਆਪੀ ਵੀ ਇੱਕ ਦਿਨ ਮਰ ਜਾਣਾ। ਅਗਰ ਤੁਸੀਂ ਕਿਸੇ ਕੋਲ ਬਦਲਾ ਲੈਣਾ ਹੈ ਨਾ ਤੇ ਪਹਿਲਾਂ ਆਪਣੇ ਆਪ ਨੂੰ ਮਜ਼ਬੂਤ ਕਰੋ, ਮੁਆਸ਼ੀ ਤੌਰ ਤੇ ਮਜ਼ਬੂਤ ਹੋਵੋ। ਉਹ ਕਿਹੜਾ ਬਦਲਾ ਆਇਆ, ਉਹ ਕਿਹੜੀ ਦੁਸ਼ਮਣੀ ਹੋਈ, ਉਹ ਕਿਹੜੇ ਵੈਰ ਹੋਏ ਤੇ ਉਹ ਕਿਹੜੀਆਂ ਬੜਕਾਂ ਹੋਈਆਂ कि जे तुहाडे ते केस बन जाए तो तुसीं जनाब अपनी जमानत वास्ते अपनी पैसे ना दे सको, अपने मचलके ना जमा करा सको, तो जनाब तुहाडे रिश्तेदार घर वाले जनाब लूर लूर फिरदे होण कि साडे मोड़े वास्ते मचलका दिओ। अगर वैर लैना होवे ना, दुश्मनी लैनी होवे ते पहलां अपने आप नूं मजबूत करो मुआशी तौर ते। ते एक होर मैं गल कहांगा कि वैर जिहड़ा ना अपना ही चंगा हुंदा है। किसी दे घर दा जे तुसीं वैर लैंदे हो ना तो फिर बाद जनाब वो बंदा मूँह फेर जाता है, फिर तुसीं लोर लोर फिरना होंदा है, तो फिर जनाब तुहाड़ियां मावां भैणां रोडां ते जलील होंदियां ने। दूजी मैं गल कहना चाहांगा कि जिहड़ी मैं गल कीती है दुश्मन मरे तो खुशी ना करे, आपी भी एक दिन मर जाना। हालिया दिनां च एक हालात विच ना एक मेरा भी बहुत ही अच्छा जानने वाला बहुत ही अच्छा दोस्त ते शहीद हो गया सी। उदों बाद सोशल मीडिया तो ਜਿਹੜੇ कमेंट देखे ना तो जनाब और देख दिल दुखदा सी। एक वाले बंदा शहीद हो गया, दुनिया तुर गया, छोटे छोटे ਉਹਦੇ ਬੱਚੇ ਨੇ। ਤੇ ਦੂਜੀ ਜਗ੍ਹਾ ਤੇ ਜਨਾਬ ਉਹਦੇ ਜਨਾਬ ਇੱਕ ਮੁਖਾਲਫ ਪਾਰਟੀ ਜਿਹੜਾ ਹੈ ਉਹਦੇ ਤੇ ਅਜੀਬ ਗਰੀਬ ਕਮੈਂਟ, ਅਜੀਬ ਜਿਹੇ ਗੱਲਾਂ ਤੇ ਬਹੁਤ ਤਜ਼ਲੀਲ ਕਿਸਮ ਦੇ ਜਿਹੜੇ ਨਾ ਅਲਫਾਜ਼ ਇਸਤੇਮਾਲ ਕਰ ਰਹੀ ਸੀ। ਬਹਰਹਾਲ ਉਦੋਂ ਬਾਅਦ ਕੀ ਹੁੰਦਾ ਹੈ ਕਿ ਜਨਾਬ ਉਹਦਾ ਅਦਲੇ ਦਾ ਬਦਲਾ ਯਾਨੀ ਕਿ ਬਦਲਾ ਵੀ ਹੋ ਜਾਂਦਾ ਹੈ। ਬਦਲੇ ਤੋਂ ਬਾਅਦ ਵੀ ਜਨਾਬ ਆਮ ਆਵਾਮ ਹੀ ਤੇ ਸੋਸ਼ਲ ਮੀਡੀਆ ਵੀ ਤੇ ਸੋਸ਼ਲ ਮੀਡੀਆ ਦੇ ਨਾਲ ਜਿਹੜਾ ਆਮ ਮੀਡੀਆ ਵਾਲੇ ਲੋਕ ਜਿਹੜੇ ਪੜ੍ਹੇ ਲਿਖੇ ਲੋਕ ਨੇ, ਜਿਹੜੇ ਜਨਾਬ ਆਪਣੀ ਸਹਾਫਤ ਦੇ ਵਿੱਚ 15 20 ਸਾਲ ਨੇ ਆਪਣੇ ਇੱਕ ਵਿਊਜ਼ ਲੈਣੇ ਵਾਸਤੇ, ਇੱਕ ਅਰਨਿੰਗ ਕਮਾਈ ਕਰਨੇ ਵਾਸਤੇ, ਆਪਣੀ ਸ਼ੁਹਰਤ ਵਾਸਤੇ ਕਿ ਜਨਾਬ ਅਸੀਂ ਵੀ ਮੌਜੂਦ ਹਾਂ, ਅਸੀਂ ਵੀ ਮੀਡੀਆ ਪਰਸਨ ਹਾਂ, ਜਨਾਬ ਇੰਨੀ ਕੁ ਹਾਈਲਾਈਟ ਕਰ ਦਿੰਦੇ ਨੇ, ਇੰਨੀ ਕੁ ਪੀਕ ਤੇ ਚਲੇ ਜਾਂਦੇ ਨੇ ਗੱਲ ਨੂੰ ਕਿ ਜਨਾਬ ਇੱਕ ਤੁਹਾਨੂੰ ਮੈਂ ਇੱਕ ਸਿੰਪਲ ਜੀ ਗੱਲ ਦੱਸ ਦਿਆਂ ਕਿ ਜਿਸ ਟਾਈਮ ਕਿਸੇ ਬੰਦੇ ਦਾ ਆਪਣਾ ਕਰੀਬੀ ਫੌਤ ਹੋ ਜਾਂਦਾ ਨਾ ਉਹਨੂੰ 1 2 ਦਿਨ 3 ਦਿਨ 4 ਦਿਨ 10 ਦਿਨ ਉਹਨੂੰ ਬੜਾ ਦੁੱਖ ਹੁੰਦਾ ਹੈ, ਉਸ ਆਪਣੇ ਦੁੱਖ ਤੇ ਕੰਟਰੋਲ ਕਰ ਲੈਂਦਾ। ਲੇਕਿਨ ਜਿਸ ਟਾਈਮ ਤੁਸੀਂ ਲੋਕ ਅਸੀਂ ਲੋਕ ਸੋਸ਼ਲ ਮੀਡੀਆ ਤੇ ਜਨਾਬ ਇੰਨੀ ਕੁ ਪੀਕ ਦੇ ਦਿੰਦੇ ਆ ਨਾ, ਇੰਨੀ ਕੁ ਪੀਕ ਦੇ ਦਿੰਦੇ ਆ ਕਿ ਜਨਾਬ ਉਹ ਜਨਾਬ ਉਹਦੇ ਅਹਿਲੇ ਹਾਨਾ ਹੁੰਦੇ ਨੇ। ਹਾਂ ਇੱਕ ਗੱਲ ਮੈਂ ਕਹਾਂਗਾ ਕਿ ਬੰਦਾ ਜਿਹੜਾ ਤੁਹਾਡਾ ਕੋਈ ਯੰਗ ਬੱਚਾ ਜਿਹੜਾ ਫੌਤ ਹੁੰਦਾ ਨਾ ਇਹਦੀ ਹਾਸੇ ਦੇ ਵਿੱਚ ਕੋਈ ਮੌਤ ਹੋ ਜਾਂਦੀ, ਹਾਦਸਾ ਹੋ ਜਾਂਦਾ, ਕਤਲ ਹੋ ਜਾਂਦਾ, ਉਹਦੇ ਵਿੱਚ ਵਾਲਦੈਨ ਦਾ ਵੀ ਬੜਾ ਕਿਰਦਾਰ ਹੁੰਦਾ ਕਿਉਂਕਿ ਵਾਲਦੈਨ ਆਪਣੇ ਬੱਚਿਆਂ ਦੀ ਪਰਵਰਿਸ਼ ਤੇ ਕਰਦੇ ਹੁੰਦੇ ਨੇ ਲੇਕਿਨ ਵਾਲਦੈਨ ਨੇ ਆਪਣੇ ਬੱਚਿਆਂ ਨੂੰ ਦਾ ਧਿਆਨ ਤਾਂ ਨਹੀਂ ਦਿੱਤਾ ਹੁੰਦਾ। ਅਗਰ ਉਹਦਾ ਬੱਚਾ ਕੋਈ ਗਲਤ ਕਰਦਾ ਹੁੰਦਾ ਤੇ ਉਹਨੂੰ ਅਗਰ ਪੁਲਿਸ ਫੜ ਲੈਂਦੀ ਹੈ ਤੇ ਉਦੋਂ ਬਾਅਦ ਜਨਾਬ ਵਾਲਦੈਨ ਬਜਾਏ ਕਿ ਉਹਨੂੰ ਤਰਬੀਅਤ ਕਰਨੇ ਵਾਸਤੇ ਪੁਲਿਸ ਤੇ ਇੱਕ ਰਿਕੁਐਸਟ ਕਰਨੇ ਦੇ ਕਿ ਸਾਡੇ ਬੱਚੇ ਨੂੰ ਥੋੜੀ ਸਜ਼ਾ ਦਿਓ ਤਾਂ ਕਿ ਉਹ ਸਾਡਾ ਬੱਚਾ ਸੰਭਲ ਜੇ, ਬਜਾਏ ਕਿ ਉਹ ਕਰਨੇ ਦੇ ਜਨਾਬ ਪੈਸੇ ਭਰ ਕੇ ਤੇਰਾ ਬੱਚੇ ਨੂੰ ਲੈ ਆਉਂਦੇ ਨੇ। ਬੱਚੇ ਦਾ ਹੌਸਲਾ ਹੋਰ ਵੱਧ ਜਾਂਦਾ ਕਿ ਜਨਾਬ ਮੇਰੇ ਮਾਂ ਪਿਓ ਨੇ ਕਢਾ ਲਿਆ, ਹੁਣ ਸ਼ਰੀਕਾਂ ਦੀ ਐਸੀ ਤੈਸੀ। ਫਿਰ ਜਨਾਬ ਪਹਿਲਾਂ ਤੇ ਉਂਝ ਵੈਸੇ ਜੇਲ੍ਹ ਜਾਂਦਾ, ਫਿਰ ਯਾਦ ਜਨਾਬ ਦੁਨੀਆ ਤੋਂ ਟੁੱਟ ਜਾਂਦਾ ਤੇ ਜਾਂ ਫਿਰ ਲੂਲਾ ਲੰਗਾ ਹੋ ਕੇ ਘਰ ਬਹਿ ਜਾਂਦਾ। ਅਗਰ ਬਦਲਾ ਲੈਣਾ ਹੋਵੇ ਨਾ ਤੇ ਪਹਿਲਾਂ ਮੁਆਸ਼ੀ ਤੌਰ ਤੇ ਆਪ ਨੂੰ ਮਜ਼ਬੂਤ ਕਰੋ, ਪੈਸਾ ਬਣਾਓ ਤੇ ਪੈਸਾ ਬਣਾ ਕੇ ਨਾ ਤੇ ਫਿਰ ਸੋਚੋ ਕਿ ਹਾਂ ਬਈ ਅਸੀਂ ਇਸ ਪੈਸੇ ਨੂੰ ਉਸ ਬਦਲੇ ਵਾਸਤੇ ਇਸਤੇਮਾਲ ਕਰਨਾ ਹੈ ਕਿ ਉਹ ਜਿਹੜਾ ਆਪਣਾ ਯਾਨੀ ਕਿ ਹਿਸਾਬ ਬਰਾਬਰ ਕਰਕੇ ਦੁਬਾਰਾ ਉਸੇ ਜ਼ਿੰਦਗੀ ਜਾਣਾ ਹੈ। ਕਿਉਂਕਿ ਜਿਸ ਤੁਹਾਡੇ ਕੋਲ ਪੈਸਾ ਆ ਜਾਏ ਨਾ ਤੁਹਾਡੇ ਕੋਲ ਦੋ ਆਪਸ਼ਨ ਹੁੰਦੀਆਂ ਨੇ, ਆਇਆ ਕਿ ਤੁਸੀਂ ਉਸ ਪੈਸੇ ਨੂੰ ਸਹੀ ਤਰ੍ਹਾਂ ਇੰਜੋਏ ਕਰਨਾ ਚਾਹੁੰਦੇ ਹੋ, ਆਪਣੀ ਖੁਸ਼ਹਾਲ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹੋ, ਖੁੱਲ੍ਹ ਕੇ ਭੋਣਾ ਝੋਣਾ ਚਾਹੁੰਦੇ ਹੋ ਕਿ ਉਸ ਪੈਸੇ ਨੂੰ ਦੁਬਾਰਾ ਜਨਾਬ ਉਸ ਆਪਣੇ ਪੁਰਾਣੇ ਵਾਸਤੇ ਇਸਤੇਮਾਲ ਕਰਕੇ, ਪੁਰਾਣੇ ਬਦਲੇ ਵਾਸਤੇ ਇਸਤੇਮਾਲ ਕਰਕੇ ਤੁਸੀਂ ਦੁਬਾਰਾ ਉਸੇ ਜ਼ਿੰਦਗੀ ਜਾਣਾ ਚਾਹੁੰਦੇ ਹੋ ਕਿ ਜਨਾਬ ਤੁਹਾਡੇ ਕੋਲ ਪੈਸਾ ਵੀ ਹੈ ਵੇ, ਤੁਸੀਂ ਕਿਸੇ ਢਾਬੇ ਤੇ ਬਹਿ ਕੇ ਚਾਹ ਨਹੀਂ ਪੀ ਸਕਦੇ, ਕਿਤੇ ਖਲੋ ਕੇ ਜਨਾਬ ਗੋਲ ਗੱਪੇ ਨਹੀਂ ਖਾ ਸਕਦੇ, ਕਿਸੇ ਹੋਟਲ ਰੈਸਟੋਰੈਂਟ ਨਹੀਂ ਜਾ ਸਕਦੇ, ਕਿਤੇ ਸ਼ਾਦੀ ਤੇ ਕੱਲਿਆਂ ਨਹੀਂ ਜਾ ਸਕਦੇ। ਅਗਰ ਤੁਸੀਂ ਜਾਣਾ ਤੇ ਜਨਾਬ 8 10 15 ਜੀ ਨਾਲ ਤੁਸੀਂ रहने ने, उस टाइम ਤੁਹਾਨੂੰ ਡਰ ਰਹਿਣਾ ਵੇ ਜਨਾਬ, ਲੜੇ 'ਚ ਪਿਸਤੌਲ ਜਾਂ ਬੰਦੂਕ ਰੱਖਣੀ ਹੈ, ਉਹਦੀ ਜਨਾਬ ਆਟਮ ਸਫਾਈ ਰੱਖਣੀ ਹੈ, ਯਾਨੀ ਕਿ ਤੁਹਾਡੇ ਕੋਲ ਮਲਟੀ ਆਪਸ਼ਨ ਹੁੰਦੀ ਹੈ। ਤੇ ਕਦੀ ਵੀ ਕਿਸੇ ਦਾ ਵੈਰ ਨਾ ਲੜਿਓ, ਕਿਸੇ ਦਾ ਵੈਰ ਲੜ ਕੇ ਨਾ ਤੇ ਜਨਾਬ ਜਿਹਦਾ ਤੁਸੀਂ ਵੈਰ ਲੜਦੇ ਹੁੰਦੇ ਹੋ ਜਨਾਬ ਉਹ ਤੇ ਟੁੱਟ ਜਾਂਦਾ ਪਿਛਾਂ, ਉਹ ਸਾਈਡ ਤੇ ਬਹਿ ਜਾਂਦੇ ਨੇ, ਹਾਂ ਜੀ ਅਸੀਂ ਬਚ ਗਏ, ਅਸੀਂ ਤੇ ਆਪਣਾ ਜੀ ਗਵਾ ਲਿਆ ਜਾਵੇ। ਤੇ ਬਾਅਦ ਜਨਾਬ ਤੁਹਾਡੀਆਂ ਮਾਵਾਂ ਭੈਣਾਂ ਜਨਾਬ ਜਿਹੜੀ ਰੋਡਾਂ ਤੇ ਜ਼ਲੀਲ ਹੋ ਜਾਂਦੀਆਂ ਨੇ, ਤੁਹਾਡੀਆਂ ਭੈਣਾਂ ਨੂੰ ਚੰਗੇ ਰਿਸ਼ਤੇ ਨਹੀਂ ਲੱਭਦੇ, ਤੁਹਾਡੀਆਂ ਮਾਵਾਂ ਜਨਾਬ ਹਰ ਜਗ੍ਹਾ ਤੇ ਆਪਣੀ ਜਾ ਕੇ ਚਾਦਰ ਸੜਦੀਆਂ ਹੁੰਦੀਆਂ ਨੇ, ਕਿਸੇ ਜਾ ਕੇ ਤੁਹਾਡਾ ਪਿਓ ਜਾ ਕੇ ਤਰਲੇ ਕਰਕੇ ਤੇ ਜਨਾਬ ਲੋਕਾਂ ਕੋਲ ਉਧਾਰ ਪੈਸੇ ਜ਼ਮੀਨਾਂ ਵੇਚ ਘਰ ਵੇਚ ਉਦੋਂ ਬਾਅਦ ਆਪਣਾ ਨਿਜ਼ਾਮ ਚਲਾਉਂਦਾ ਹੁੰਦਾ।
ਇਸ ਲਈ ਜਨਾਬ ਤੁਸੀਂ ਸੋਸ਼ਲ ਮੀਡੀਆ ਨੂੰ ਇਸਤੇਮਾਲ ਕਰੋ, ਲੇਕਿਨ ਉਨੀ ਬੜਕ ਮਾਰੋ ਕਿ ਜਿੰਨੇ ਕੁ ਤੁਹਾਡਾ ਜਿਹੜੀ ਕਿ ਘਰ ਚਾਦਰ ਹੈ, ਜਿੰਨੇ ਕੁ ਤੁਹਾਡੇ ਘਰ ਦੇ ਤੁਹਾਡੇ ਵਾਸਤੇ ਕਰ ਸਕਦੇ ਨੇ, ਜਿੰਨੇ ਕੁ ਤੁਹਾਡੀਆਂ ਜ਼ਮਾਨਤਾਂ ਜਿਹੜੀਆਂ ਤੁਹਾਡੇ ਘਰ ਦੇ ਬਗੈਰ ਕਿਸੇ ਤਰਲੇ ਕਰਨੇ ਦੇ ਆਪ ਹੀ ਦੇ ਸਕਦੇ ਨੇ, ਤੁਹਾਡੀਆਂ ਵਕੀਲਾਂ ਦੇ ਵਾਸਤੇ ਤੁਹਾਨੂੰ ਪੈਸੇ ਦੇ ਸਕਦੇ ਨੇ। ਕਿਸੇ ਦਾ ਵੈਰ ਜਨਾਬ ਕਦੀ ਵੀ ਜਨਾਬ ਅਗਾਨੀ ਟੁਰਿਆ ਜੇ ਰਵੇ। ਕਿਸੇ ਦਾ ਵੈਰ ਜਾਂਦੇ ਨੇ ਧਾਮੀ ਨੂੰ ਪਹਿਲਾਂ ਮਾਰੋ ਤੇ ਫਿਰ ਬਾਅਦ ਆਪਣੇ ਦੁਸ਼ਮਣ ਨੂੰ ਮੋੜ ਮਾਰੋ ਜਰਾ। ਇਸ ਲਈ ਜਨਾਬ ਇੱਕ ਮਿਹਰਬਾਨੀ ਕਰਿਆ ਕਰੋ, ਇਹ ਕਿਸੇ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੋ, ਆਪੇ ਵੀ ਇੱਕ ਦਿਨ ਮਰ ਜਾਣਾ। ਅਗਰ ਯਾਰ ਕੋਈ ਬੰਦਾ ਫੌਤ ਹੋ ਜਾਂਦਾ ਨਾ ਤੇ ਉਹਦਾ ਜਨਾਬ ਅਫਸੋਸ ਖੁਸ਼ੀ ਮਨਾ ਲਓ, ਲੇਕਿਨ ਇੰਨੀ ਕੁ ਮਨਾਓ ਕਿ ਉਹਦੇ ਮਾਂ ਬਾਪ ਨੂੰ ਤੇ ਤੁਸੀਂ ਸਜ਼ਾ ਲੱਭ ਗਈ ਹੈ ਕਿ ਜਿਸ ਟਾਈਮ ਜਨਾਬ ਉਹਦਾ ਜਾਨੀ ਕਿ ਉਹਨਾਂ ਦਾ ਪੁੱਤਰ ਜਿਹੜਾ ਵੇ ਉਹਨਾਂ ਦੀ ਪਰਵਰਿਸ਼ ਨਾ ਹੋਣੀ ਜਾਂ ਤੂੰ ਉਹਨਾਂ ਦੇ ਸਮਝਾਉਣ ਜਾਂ ਜੋ ਵੀ ਨਿਜ਼ਾਮ ਦੇ ਤਹਿਤ ਦੁਨੀਆ ਤੋਂ ਟੁਰ ਗਿਆ, ਉਦੋਂ ਬਾਅਦ ਉਹਦੇ ਮਾਂ ਪਿਓ ਨੂੰ ਜਿਹੜੀ ਸਜ਼ਾ ਮਜ਼ੀਦ ਨਾ ਦਿਓ ਕਿ ਜਨਾਬ ਹਰ ਜਗ੍ਹਾ ਤੇ ਜਨਾਬ ਉਹ ਵੀਡੀਓ ਵੇਖ ਕੇ ਤੇ ਜਨਾਬ ਆਪਣੇ ਜਿਹੜਾ 5ਵਾਂ ਜਾਂ 10ਵਾਂ ਜਾਂ 10ਵੇਂ ਤੋਂ ਬਾਅਦ ਜਾਂ 40 ਤੋਂ ਬਾਅਦ ਉਹਨਾਂ ਦੇ ਅੰਦਰ ਜਨਾਬ ਉਹ ਤੜਪ ਦੁਬਾਰਾ ਰਹਿੰਦੀ ਰਵੇ ਤੇ ਉਹ ਵੀ ਬਾਗੀ ਹੋ ਜਾਣ। ਫੀਮਾਨ ਅੱਲਾ।